Hello everybody, I am Raman Kumar Sofar, lecturer electrical engineering from Riyadh Polytechnic. मेरा सब्जेक्ट है इलैक्ट्रिकल एंड इलैक्ट्रॉनिक्स इंजीनियरिंग मटीਰੀयल ਤੇ ਜਿਹੜਾ ਮੇਰਾ ਅੱਜ ਦਾ ਟੌਪਿਕ ਹੈ ਉਹ ਹੈ ਕਲਾਸੀਫਿਕੇਸ਼ਨ ਆਫ ਮਟੀਰੀਅਲ। ਜਦੋਂ ਅਸੀਂ ਮਟੀਰੀਅਲ ਦੀ ਗੱਲ ਕਰਦੇ ਹਾਂ ਤਾਂ ਇਲੈਕਟ੍ਰੀਕਲ ਦੀ ਟਰਮ ਦੇ ਵਿੱਚ ਕਈ ਤਰ੍ਹਾਂ ਦੇ ਮਟੀਰੀਅਲ ਨੇ ਜਿਨ੍ਹਾਂ ਦੇ ਬੇਸਿਸ ਦੇ ਉੱਤੇ ਇੱਕ ਇਲੈਕਟ੍ਰੀਕਲ ਡਿਜ਼ਾਈਨ ਹੁੰਦਾ ਹੈ ਅਤੇ ਡਿਜ਼ਾਈਨ ਕਰਨ ਤੋਂ ਪਹਿਲਾਂ ਸਾਨੂੰ ਇਹਨਾਂ ਮਟੀਰੀਅਲ ਦੀ ਜਿਹੜੀ ਪ੍ਰੋਪਰ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੋ ਇਸੀ ਤਰ੍ਹਾਂ ਕੰਡਕਟਿੰਗ ਮਟੀਰੀਅਲ, ਇਨਸੂਲੇਟਿੰਗ ਮਟੀਰੀਅਲ ਅਤੇ ਸੈਮੀ ਕੰਡਕਟਿੰਗ ਮਟੀਰੀਅਲ ਹੁੰਦੇ ਨੇ। ਬਟ ਕੰਡਕਟਿੰਗ ਮਟੀਰੀਅਲ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ। ਪਰ ਕੰਡਕਟਿੰਗ ਮਟੀਰੀਅਲ ਸਟਾਰਟ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੰਡਕਟਰ ਹੈ ਕੀ ਚੀਜ਼। ਸੋ ਕੰਡਕਟਰ ਇੱਕ ਇੱਦਾਂ ਦੇ ਐਲੀਮੈਂਟ ਹੈ, ਮਟੀਰੀਅਲ ਹੈ ਜਿਹੜਾ ਕਿ ਕਰੰਟ ਨੂੰ ਆਪਣੇ ਵਿੱਚੋਂ ਈਜ਼ੀਲੀ ਫਲੋ ਹੋਣ ਦਿੰਦਾ। ਸੋ ਅਗਰ ਅਸੀਂ ਡੈਫੀਨੇਸ਼ਨ ਦੀ ਗੱਲ ਕਰੀਏ, ਇਹ ਮਟੀਰੀਅਲ ਔਰ ਐਲੀਮੈਂਟ that allows free movement of electrons and therefore allow easy flow of electricity। तो मतलब कि ਜਿਹੜਾ ਕਿ ਇੱਕ ਕਰੰਟ ਨੂੰ ਵਿਦਾਊਟ ਐਨੀ ਇੰਟਰਪਸ਼ਨ ਈਜ਼ੀਲੀ ਫਲੋ ਹੋਣ ਦਿੰਦਾ, ਦੈਟ ਇਜ਼ ਕਾਲਡ ਏ ਕੰਡਕਟਰ। ਸੋ ਦੇਰ ਆਰ ਸਮ ਐਗਜ਼ਾਮਪਲ, ਕਾਪਰ ਹੋ ਗਈ, ਸਟੀਲ ਹੋ ਗਿਆ। ਮੋਸਟ ਮੈਟਲ ਆਰ ਗੁੱਡ ਕੰਡਕਟਰ। ਸਿਲਵਰ ਇਜ਼ ਐਨ ਐਕਸਲੈਂਟ ਕੰਡਕਟਰ, ਕਾਪਰ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ, ਜੋ ਨਾਓ ਡੇਜ਼ ਆਪਣਾ ਯੂਜ਼ ਕੀਤਾ ਜਾਂਦਾ। ਹੁਣ ਆ ਗਏ ਆਪਣੇ ਕੰਡਕਟਿੰਗ ਮਟੀਰੀਅਲ। ਕਿਹੜੇ ਕੰਡਕਟਿੰਗ ਮਟੀਰੀਅਲ ਨੇ ਜਿਹੜੇ ਆਪਣੇ ਕੋਲ ਐਟ ਦੇ ਟਾਈਮ ਜਿਹੜੇ ਪ੍ਰੈਜੈਂਟ ਨੇ। ਜਿੱਦਾਂ ਹੁਣ ਐਲੂਮੀਨੀਅਮ ਹੋ ਗਿਆ। ਐਲੂਮੀਨੀਅਮ ਇੱਕ ਕੰਡਕਟਿੰਗ ਮਟੀਰੀਅਲ ਹੈ ਜਿਹਦੀ ਕਿ ਰਜਿਸਟਿਵਿਟੀ 2.8 × 10⁻⁻8 ਹੁੰਦੀ ਹੈ ਅਤੇ ਕੰਡਕਟਿਵਿਟੀ ਕੀ ਹੈ 3.5 × 10⁻7। ਇਸੇ ਤਰ੍ਹਾਂ ਕਾਪਰ ਹੈ, ਗੋਲਡ ਹੈ, ਐਲੂਮੀਨੀਅਮ ਹੈ, ਸਿਲਵਰ ਹੈ, ਟੰਗਸਟਨ ਹੈ, ਨਾਈਕਰੋਮ ਹੈ ਅਤੇ ਕਾਰਬਨ ਹੈ। ਬਟ ਜਿਹੜਾ ਐਟ ਪ੍ਰੈਜੈਂਟ ਆਪਾਂ ਕਾਪਰ ਜ਼ਿਆਦਾ ਯੂਜ਼ ਕਰਦੇ ਹਾਂ। ਗੋਲਡ ਇਜ਼ ਦਾ ਗੁੱਡ ਮਟੀਰੀਅਲ ਬਟ ਡਿਊ ਟੂ ਹਾਈ ਕਾਸਟ ਕਰਕੇ ਆਪਾਂ ਇਹਨੂੰ ਯੂਜ਼ ਨਹੀਂ ਕਰ ਪਾਉਂਦੇ। ਕਾਪਰ ਦੀ ਜਿਹੜੀ ਰਜਿਸਟਿਵਿਟੀ ਹੈ ਦੈਟ ਇਜ਼ 1.7 × 10⁻8। ਕੰਡਕਟਿਵਿਟੀ 6.0 × 10⁻7। ਹੁਣ ਤੁਹਾਡੇ ਦਿਮਾਗ 'ਚ ਹੋਏਗਾ ਕਿ ਰਜਿਸਟਿਵਿਟੀ ਕੀ ਚੀਜ਼ ਹੈ। ਇਹ ਆਪਾਂ ਅਗਲੇ ਲੈਕਚਰ ਦੇ ਵਿੱਚ, ਅਗਲੇ ਵੀਡੀਓਜ਼ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਮੈਂ ਇਨ ਜਨਰਲ ਤੁਹਾਨੂੰ ਦੱਸ ਦਿੰਦਾ ਕਿ ਰਜਿਸਟਿਵਿਟੀ ਉਹ ਟਰਮ ਹੈ ਜਿਹੜੀ ਕਿ ਕਰੰਟ ਨੂੰ ਫਲੋ ਹੋਣ ਤੋਂ ਰੋਕਦੀ ਹੈ। ਸੋ ਇਸੇ ਤਰ੍ਹਾਂ ਆਇਰਨ ਹੈ, ਸਿਲਵਰ ਹੈ। ਸਿਲਵਰ ਆਲਸੋ ਇੱਕ ਗੁੱਡ ਕੰਡਕਟਿੰਗ ਮਟੀਰੀਅਲ ਹੈ। ਸੋ ਇਸੀ ਤਰ੍ਹਾਂ ਇਹ ਸਾਰੇ ਮਟੀਰੀਅਲ ਦਿੱਤੇ ਹੋਏ ਨੇ ਜਿਨ੍ਹਾਂ ਦੀ ਰਜਿਸਟਿਵਿਟੀ ਅਤੇ ਕੰਡਕਟਿਵਿਟੀ ਤੁਹਾਨੂੰ ਦੱਸੀ ਹੈ। ਨਾਓ ਨੈਕਸਟ ਹੈ ਅਟੋਮਿਕ ਸਟਰਕਚਰ ਆਫ ਸਿਲਵਰ। ਹੁਣ ਅਗਰ ਆਪਣਾ ਇੱਕ ਵਧੀਆ ਕੰਡਕਟਰ ਹੈ, ਜੇ ਆਪਾਂ ਇਹਦੀ ਗੱਲ ਕਰੀਏ ਤਾਂ ਜਿਹੜਾ ਅਟੋਮਿਕ ਸਟਰਕਚਰ ਹੈ, ਹੁਣ ਇਹ ਦੇਖੀਏ ਕਿ ਆਪਾਂ 2n ਸਕੇਅਰ ਫਾਰਮੂਲੇ 'ਤੇ ਕੰਮ ਕਰਦਾ ਹੈ ਜਿਹਦਾ ਕੀ ਹੈ ਅਟੋਮਿਕ ਨੰਬਰ 47 ਹੈ ਅਤੇ ਅਟੋਮਿਕ ਸਿੰਬਲ ਹੈ ਜਿਹੜਾ Ag ਹੈ। ਸੋ ਕਾਪਰ ਦਾ ਜਿਹੜਾ ਸਿੰਬਲ ਹੈ ਉਹ ਹੁੰਦਾ Cu। ਠੀਕ ਹੈ। ਸੋ ਇਹਦੇ ਵਿੱਚ ਕੀ ਹੈ, ਹੁਣ ਇਹ ਜਿਹੜਾ ਸਾਡਾ ਬੈਲੈਂਸ ਬੈਂਡ ਦਿਖਾਇਆ ਹੈ ਜਿਹਦੇ ਵਿੱਚ ਇਲੈਕਟ੍ਰੋਨ ਸਾਡੇ ਕੰਡਕਟ ਕਰ ਰਹੇ ਹਾਂ। ਨੀਚੇ ਵਾਲਾ ਕੀ ਹੈ ਸਾਡਾ ਬੈਲੈਂਸ ਬੈਂਡ ਹੈ ਅਤੇ ਅੱਪਰ ਬੈਂਡ ਕੀ ਹੈ ਸਾਡਾ ਕੰਡਕਸ਼ਨ ਬੈਂਡ ਹੈ। ਅਤੇ ਜਦੋਂ ਕੀ ਹੈ ਅਸੀਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਾਉਂਦੇ ਹਾਂ ਤਾਂ ਸਾਡੇ ਕੀ ਹੈ ਇਲੈਕਟ੍ਰੋਨਸ ਫਲੋ ਹੋਣੇ ਸ਼ੁਰੂ ਹੋ ਜਾਂਦੇ ਹਨ। ਸੋ ਦੈਟ ਵਿਲ ਬੀ ਅ ਪਾਰਟ ਆਫ ਕੰਡਕਟਰ ਬਣ ਜਾਂਦਾ। ਨੈਕਸਟ ਹੈ ਜੀ ਇਨਸੂਲੇਟਰ। ਇਨਸੂਲੇਟਰ ਕੀ ਚੀਜ਼ ਹੈ? ਇਨਸੂਲੇਟਰ ਉਹ ਮਟੀਰੀਅਲ ਨੇ ਜਿਹੜੇ ਕਿ ਕਰੰਟ ਨੂੰ ਪਾਸ ਹੋਣ ਤੋਂ ਰੋਕਦੇ ਨੇ। ਠੀਕ ਹੈ। ਇਨਸੂਲੇਟਰ ਕੀ ਹੈ ਕਿ insulator are those material which cannot pass the current easily. In insulator, conduction band remain empty while valence band has many electrons। ਅਗਰ ਅਸੀਂ ਵੈਲੈਂਸ ਬੈਂਡ ਦੀ ਗੱਲ ਕਰੀਏ ਤਾਂ ਵੈਲੈਂਸ ਬੈਂਡ ਕਦੇ ਵੀ ਮਤਲਬ ਕਿ ਐਮਟੀ ਨਹੀਂ ਹੋ ਸਕਦਾ, ਇਹ ਪਾਰਸ਼ਲੀ ਫਿਲਡ ਜਾਂ ਪੂਰਾ ਫਿਲਡ ਹੋਏਗਾ। ਠੀਕ ਹੈ। ਸੋ ਇੰਸੂਲੇਟਰ ਦੇ ਵਿੱਚ ਕੀ ਹੈ ਕਿ ਕੰਡਕਸ਼ਨ ਬੈਂਡ ਸਾਡਾ ਹਮੇਸ਼ਾ ਐਮਟੀ ਰਹਿੰਦਾ। ਇਹਦੇ ਵਿੱਚ ਕੀ ਹੈ ਕੋਈ ਵੀ ਇਲੈਕਟ੍ਰੋਨਸ ਜਿਹੜਾ ਕੀ ਹੈ ਜੰਪ ਨਹੀਂ ਕਰ ਪਾਉਂਦਾ। ਹੁਣ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ ਕਿ there will be a large gap between the conduction band and the valence band। ਸੋ ਜਿਹੜਾ ਇਹਦੇ ਵਿੱਚ ਗੈਪ ਹੈ ਉਹ ਕੀ ਹੈ 20 electrons volt। so that is the diagram of energy band diagram of insulator। now next ਹੈ ਸਾਡੇ ਕੋਲ insulating material ਹੈ, ਰਬੜ ਹੈ, ਗਲਾਸ ਹੈ,
प्योर वाटर है, ऑयल है। ਹੁਣ ਰਬੜ ਇਜ਼ ਆਲਸੋ ਏ ਗੁੱਡ ਇਨਸੂਲੇਟਿੰਗ ਮਟੀਰੀਅਲ। ਰਬੜ ਨਾਲ ਕੀ ਹੈ ਕਿ ਅਗਰ ਜਿੱਦਾਂ ਅਸੀਂ ਵਾਇਰ ਨੂੰ ਵੀ ਟੱਚ ਕਰਦੇ ਹਾਂ, ਜੇ ਰਬੜ ਦੇ ਗਲਵਜ਼ ਵਗੈਰਾ ਹੁੰਦੇ ਆ ਤਾਂ ਉਹ ਸਾਨੂੰ ਕੀ ਹੈ ਸ਼ੌਕ ਨਹੀਂ ਲੱਗਣ ਦਿੰਦੇ। ਇਸੇ ਤਰ੍ਹਾਂ ਗਲਾਸ ਹੈ, ਅੱਜ ਕੱਲ੍ਹ ਜਿਹੜੇ ਟਰਾਂਸਮਿਸ਼ਨ ਲਾਈਨ ਦੇ ਉੱਤੇ ਜਿਹੜੇ ਇਨਸੂਲੇਟਰ ਲੱਗੇ ਹੋਏ ਅੱਜ ਕੱਲ੍ਹ ਗਲਾਸ ਦੇ ਆ ਰਹੇ ਹਨ। ਆਇਲ ਟਰਾਂਸਫਾਰਮਰ ਦੇ ਵਿੱਚ ਆਇਲ ਯੂਜ਼ ਕੀਤਾ ਜਾਂਦਾ ਜਿਹੜਾ ਕਿ ਕੂਲਿੰਗ ਐਜ਼ ਏ ਇੱਕ ਟਰਾਂਸਫਾਰਮਰ ਨੂੰ ਕੂਲਿੰਗ ਔਰ ਐਜ਼ ਏ ਇਨਸੂਲੇਸ਼ਨ ਪਰਪਸ ਦੇ ਲਈ ਯੂਜ਼ ਕੀਤਾ ਜਾਂਦਾ। ਡਰਾਈ ਵੁੱਡ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ। ਅਤੇ ਲੱਕੜ ਹੈ ਜਿਹੜਾ ਲੱਕੜ ਇੱਕ ਕਰੰਟ ਨੂੰ ਫਲੋ ਹੋਣ ਤੋਂ ਰੋਕਦਾ ਹੈ। ਸੋ ਇਹ ਪਲਾਸਟਿਕ ਇੱਕ ਆਲਸੋ ਇਨਸੂਲੇਟਿੰਗ ਮਟੀਰੀਅਲ ਹੈ। ਸੋ ਇਹ ਸਾਰੇ ਇਨਸੂਲੇਟਿੰਗ ਮਟੀਰੀਅਲ ਉਹ ਨੇ ਜਿਹੜੇ ਕਰੰਟ ਨੂੰ ਫਲੋ ਹੋਣ ਤੋਂ ਰੋਕਦੇ। ਨਾਓ ਨੈਕਸਟ ਹੈ ਸੈਮੀ ਕੰਡਕਟਰ ਮਟੀਰੀਅਲ। ਹੁਣ ਸੈਮੀ ਕੰਡਕਟਰ ਇਟ ਮੀਨਸ ਨਾਈਦਰ ਅ ਇਨਸੂਲੇਟਰ ਨੋਰ ਅ ਕੰਡਕਟਰ। So semiconductor material are those whose resistivity lies between the conductor and insulator. In semiconductor ਜਿਨ੍ਹਾਂ ਦੀ ਜਿਹੜੀ ਰਜਿਸਟਿਵਿਟੀ ਹੈ ਸੈਮੀਕੰਡਕਟਰ ਉਹ ਨੇ ਜਿਨ੍ਹਾਂ ਦੀ ਰਜਿਸਟਿਵਿਟੀ ਲਾਈ ਕਰਦੀ ਹੈ ਬਿਟਵੀਨ ਦਾ ਕੰਡਕਟਰ ਐਂਡ ਇਨਸੂਲੇਟਰ ਦੇ ਵਿੱਚ। ਇਨ ਸੈਮੀਕੰਡਕਟਰ ਬੈਲੈਂਸ ਬੈਂਡ ਇਜ਼ ਫੁੱਲ ਆਫ ਇਲੈਕਟ੍ਰੋਨਸ। ਇਹਦੇ ਵਿੱਚ ਕੀ ਹੁੰਦਾ ਹੈ ਕਿ ਬੈਲੈਂਸ ਬੈਂਡ ਕੀ ਹੈ ਪੂਰੇ ਇਲੈਕਟ੍ਰੋਨਸ ਦੇ ਨਾਲ ਫਿਲ ਕੀਤਾ ਵਾ ਹੁੰਦਾ ਹੈ। ਬਟ ਇਨ ਦਿਸ ਕੇਸ ਐਨਰਜੀ ਗੈਪ ਇਜ਼ ਵੈਰੀ ਸਮਾਲ। ਇਹਦੇ ਵਿੱਚ ਜਿਹੜਾ ਜਿੱਦਾਂ ਹੁਣ ਇਨਸੂਲੇਟਰ ਦੇ ਵਿੱਚ ਜਿਹੜਾ ਐਨਰਜੀ ਗੈਪ ਸੀ ਬੈਲੈਂਸ ਔਰ ਕੰਡਕਸ਼ਨ ਦੇ ਵਿੱਚ 20 ਵੀ ਸੀ, ਬਟ ਸੈਮੀ ਕੰਡਕਟਰ ਦੇ ਵਿੱਚ ਆ ਕੇ ਕੀ ਹੈ 1 ਇਲੈਕਟ੍ਰੋਨ ਵੋਲਟ ਰਹਿ ਗਿਆ। ਇਟ ਮੀਨਸ ਹਲਕੇ ਜੇ ਉਹਦੇ ਨਾਲ ਇੱਕ ਪੋਟੈਂਸ਼ੀਅਲ ਡਿਫਰੈਂਸ ਦੇ ਨਾਲ ਹਲਕੇ ਜੇ ਸਮਾਲ ਪੋਟੈਂਸ਼ੀਅਲ ਡਿਫਰੈਂਸ ਨਾਲ ਇਹਨੇ ਵੈਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਦੇ ਵਿੱਚ ਜੰਪ ਕਰ ਜਾਣਾ। ਅਤੇ ਜਦੋਂ ਇਹ ਜੰਪ ਕਰ ਗਿਆ ਤਾਂ ਇਟ ਮੀਨਸ ਇਹ ਕੰਡਕਟਿੰਗ ਦੀ ਸਟੇਟ ਦੇ ਵਿੱਚ ਆ ਗਿਆ। ਸੋ ਤਦ ਹੀ ਉਹਨਾਂ ਨੇ ਕਿਹਾ ਕਿ ਇਹਦੀ ਜਿਹੜੀ ਰਜਿਸਟਿਵਿਟੀ ਹੈ ਲਾਈਜ਼ ਬਿਟਵੀਨ ਦਾ ਕੰਡਕਟਰ ਐਂਡ ਇਨਸੂਲੇਟਰ। ਸੋ ਮਤਲਬ ਇਹ ਕੰਡਕਟਰ ਵੀ ਬਣ ਸਕਦਾ ਇਨਸੂਲੇਟਰ ਵੀ ਬਣ ਸਕਦਾ। ਸੋ energy gap is very small. With the application of small potential difference, electron can jump from valence band to conduction band. This is the diagram of energy band diagram of semiconductor. There are some semiconductor material like cadmium, boron, gallium, indium, germanium and silicon. Now there is the difference between the electrical conductor and electrical insulator. ਨੂੰ ਆਪਾਂ ਸਟੀਲ ਦੇ ਵਿੱਚੋਂ ਅਸੀਂ ਕਰੰਟ ਨੂੰ ਫਲੋ ਕਰਾਉਂਦੇ ਹਾਂ ਤਾਂ ਇੱਥੇ ਸਾਡੇ ਕੋਲ ਇੱਕ ਇਲੈਕਟ੍ਰਿਕ ਲੈਂਪ ਲੱਗਿਆ ਹੋਇਆ ਅਤੇ ਬੈਟਰੀ ਦਾ ਸੋਰਸ ਲੱਗਿਆ ਹੋਇਆ। ਇਹਦੇ ਵਿੱਚ ਦਿਖਾਇਆ ਗਿਆ ਹੈ ਕਿ ਜਿੱਦਾਂ ਹੀ ਅਸੀਂ ਸਟੀਲ ਦੇ ਵਿੱਚ ਨੂੰ ਕਰੰਟ ਪਾਸ ਕਰਦੇ ਹਾਂ ਤਾਂ ਉਹ ਥਰੂ ਲੈਂਪ ਦੇ ਥਰੂ ਆਪਣਾ ਸਰਕਟ ਕੰਪਲੀਟ ਕਰਕੇ ਅਤੇ ਲੈਂਪ ਨੂੰ ਜਗਾ ਰਿਹਾ ਸਾਡੇ ਨੂੰ। ਇਸੇ ਤਰ੍ਹਾਂ ਕੁਛ ਸਾਡੇ ਕੋਲ ਕੰਡਕਟਿੰਗ ਮਟੀਰੀਅਲ ਦਿੱਤੇ ਹੋਏ ਜਿੱਦਾਂ ਸਿਲਵਰ ਹੈ, ਗੋਲਡ ਹੈ, ਸੀ ਵਾਟਰ ਹੈ ਅਤੇ ਕਾਪਰ ਹੈ। ਨੈਕਸਟ ਇਹਦੇ ਕੰਪੈਰੀਜ਼ਨ ਦੇ ਵਿੱਚ ਇਨਸੂਲੇਟਿੰਗ ਮਟੀਰੀਅਲ ਦਿਖਾਏ ਗਏ ਆ ਜਿੱਦਾਂ ਇਲੈਕਟ੍ਰੀਕਲ ਇਨਸੂਲੇਟਰ ਦਿਖਾਇਆ ਗਿਆ ਹੈ। ਹੁਣ ਇਹਨਾਂ ਨੇ ਕੀ ਕੀਤਾ ਕਿ ਸਰਕਟ ਦੇ ਵਿੱਚ ਇਹਨਾਂ ਨੇ ਵੁੱਡ ਲਗਾਤੀ ਮਤਲਬ ਲੱਕੜ ਲਗਾਈ ਹੋਈ ਹੈ। ਨਾਲ ਹੀ ਲਿਖਿਆ ਕਿ ਇਨਸੂਲੇਟਰ ਡਜ਼ ਨਾਟ ਅਲਾਊ ਦਾ ਐਨਰਜੀ ਟੂ ਪਾਸ ਥਰੂ ਇਟ। ਇਟ ਮੀਨਸ ਕਿ ਕੀ ਹੈ ਕਿ ਹੁਣ ਅਗਰ ਅਸੀਂ ਲੱਕੜ ਦੇ ਵਿੱਚ ਨੂੰ ਕਰੰਟ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰੀਏ ਸੋ ਦੈਟ ਇਜ਼ ਨਾਟ ਪੋਸੀਬਲ। ਸੋ ਇਸੇ ਤਰ੍ਹਾਂ ਕੰਡਕਟਿੰਗ ਦੀ ਸਟੇਟ ਦੇ ਵਿੱਚ ਜਦੋਂ ਅਸੀਂ ਸਟੀਲ ਨੂੰ ਸਪਲਾਈ ਦਿੱਤੀ ਹੋਈ ਹੈ ਤਾਂ ਸਾਡਾ ਬੱਲਬ ਗਲੋ ਕਰ ਰਿਹਾ। ਬਟ ਇਨ ਕੇਸ ਜਦੋਂ ਅਸੀਂ ਵੁੱਡ ਦੇ ਵਿੱਚ ਉਹ ਸਪਲਾਈ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਡਾ ਜਿਹੜਾ ਲੈਂਪ ਹੈ ਉਹ ਗਲੋ ਨਹੀਂ ਕਰ ਰਿਹਾ। ਸੋ ਇਸੇ ਤਰ੍ਹਾਂ ਕੁਛ ਇਨਸੂਲੇਟਿੰਗ ਮਟੀਰੀਅਲ ਹੈ ਜਿੱਦਾਂ ਗਲਾਸ ਆਪਾਂ ਪਿੱਛੇ ਡਿਸਕਸ ਕੀਤਾ, ਰਬੜ ਹੋ ਗਈ, ਪਲਾਸਟਿਕ ਹੋ ਗਿਆ ਅਤੇ ਆਇਲ ਹੋ ਗਿਆ। ਸੋ ਇਹ ਸਾਰੇ ਸਾਡੇ ਇੱਕ ਕੰਡਕਟਿੰਗ ਅਤੇ ਇਨਸੂਲੇਟਿੰਗ ਮਟੀਰੀਅਲ ਜਿਹੜੇ ਕੀ ਹੈ ਇਸ ਵੀਡੀਓ ਦੇ ਆਪਾਂ ਮੈਂਸ਼ਨ ਕੀਤੇ ਨੇ। ਔਰ ਨੈਕਸਟ ਹੈ ਟੋਪਿਕ ਛੋਟਾ ਸੀ। ਸੋ ਟੋਪਿਕ ਦੇ ਰਿਲੇਟਡ ਜਿੰਨੇ ਵੀ ਓਬਜੈਕਟਿਵ ਟਾਈਪ ਕੁਐਸਚਨ ਬਣਦੇ ਆ ਉਹ ਮੈਂ ਸਾਰੇ ਇਹਦੇ ਵਿੱਚ ਡਿਸਕਸ ਕੀਤੇ ਆ ਤਾਂ ਜੋ ਇਹਦੀ ਫਾਈਨਲ ਦੇ ਵਿੱਚ ਜਾ ਕੇ ਤੁਹਾਨੂੰ ਕੀ ਹੈ ਕਿ ਕੋਈ ਦਿੱਕਤ ਨਾ ਆਵੇ। ਅਗਰ ਤੁਸੀਂ ਇਹ 5-6 ਜਿਹੜੇ ਹਰ ਇੱਕ ਟੋਪਿਕ ਦੇ ਨਾਲ ਮਿਲਦੇ ਜੁਲਦੇ ਜਿਹੜੇ ਓਬਜੈਕਟਿਵ ਟਾਈਪ ਕੁਐਸਚਨ ਹੈ ਅਗਰ ਤੁਸੀਂ ਉਹ ਈਜ਼ੀਲੀ ਲਰਨ ਕਰ ਲਓਗੇ ਜਾਂ ਈਜ਼ੀਲੀ ਆਪਣੀ ਪ੍ਰੈਪਰੇਸ਼ਨ ਕਰ ਲਓਗੇ ਤਾਂ ਤੁਹਾਨੂੰ ਕੀ ਹੈ ਕਿ ਸਕੋਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੋਏਗੀ ਅਤੇ ਤੁਸੀਂ ਈਜ਼ੀਲੀ ਵਧੀਆ ਸਕੋਰ ਕਰ ਲਓਗੇ। ਜਿੱਦਾਂ ਹੁਣ ਫਿਲਪਸ ਹੈ ਕਿ ਦ ਰਜਿਸਟਿਵਿਟੀ ਆਫ ਸੈਮੀਕੰਡਕਟਰ ਡੈਸ਼ ਕੰਡਕਟਰ ਐਂਡ ਇਨਸੂਲੇਟਰ। ਮਤਲਬ ਕਿ ਹੁਣ ਆਪਾਂ ਜਿੱਦਾਂ ਸੈਮੀਕੰਡਕਟਰ ਦੀ ਪਿੱਛੇ ਡੈਫੀਨੇਸ਼ਨ ਪੜ੍ਹ ਕੇ ਆਏ ਹਾਂ ਕਿ ਦ ਰਜਿਸਟਿਵਿਟੀ ਆਫ ਸੈਮੀਕੰਡਕਟਰ ਇਜ਼ ਲਾਈਜ਼ ਬਿਟਵੀਨ ਡੈਟ ਆਫ ਕੰਡਕਟਰ ਐਂਡ ਇਨਸੂਲੇਟਰ। ਡੈਫੀਨੇਟਲੀ ਕਿ ਜਿਹੜੀ ਰਜਿਸਟਿਵਿਟੀ ਹੈ ਕੰਡਕਟਰ ਦੀ ਉਹ ਮਤਲਬ ਕਿ ਦੋਨਾਂ ਦੇ ਬਿਟਵੀਨ ਹੁੰਦੀ ਹੈ, ਨਾ ਹੀ ਮਤਲਬ ਕਿ ਉਹ ਕੰਡਕਟਰ ਹੁੰਦਾ ਨਾ ਹੀ ਉਹ ਇਨ ਬਿਟਵੀਨ ਹੁੰਦੀ ਹੈ। ਇਸੇ ਤਰ੍ਹਾਂ ਦਾ ਸੈਮੀਕੰਡਕਟਰ ਇਜ਼ ਫੋਰਮਡ ਬਾਏ ਆਬਵੀਅਸ ਕੋਵੈਲੈਂਟ ਬੌਂਡ ਦੇ ਨਾਲ ਬਣਦਾ ਹੈ ਇਹ। ਦ ਮੋਸਟ ਕਾਮਨਲੀ ਯੂਜ਼ ਸੈਮੀਕੰਡਕਟਰ ਇਜ਼ ਜਿਹੜਾ ਸਾਡੇ ਕੋਲ ਸਿਲੀਕੋਨ, ਜਿਹੜਾ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਯੂਜ਼ ਕਰਦੇ ਹਾਂ ਇਲੈਕਟ੍ਰੋਨਿਕਸ ਦੀ ਟਰਮ ਦੇ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਦੈਟ ਇਜ਼ ਸਿਲੀਕੋਨ, ਜਿਹੜਾ ਕਿ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ। ਇਸ ਤੋਂ ਬਾਅਦ ਅਸੀਂ ਯੂਰੇਨੀਅਮ ਯੂਜ਼ ਕਰਦੇ ਹਾਂ। ਇਨ ਸੈਮੀਕੰਡਕਟਰ ਦਾ ਐਨਰਜੀ ਗੈਪ ਬਿਟਵੀਨ ਦਾ ਵੈਲੈਂਸ ਬੈਂਡ ਐਂਡ ਦਾ ਕੰਡਕਸ਼ਨ ਬੈਂਡ ਇਜ਼। ਹੁਣ ਐਨਰਜੀ ਗੈਪ ਕਿੰਨਾ
ਆਪਾਂ ਪਿੱਛੇ ਵੀਡੀਓ ਦੇ ਵਿੱਚ ਦੇਖਿਆ, ਪਿੱਛੇ ਡਾਇਗਰਾਮ ਦੇ ਵਿੱਚ ਦੇਖਿਆ ਕਿ ਜਿਹੜਾ ਗੈਪ ਹੈ ਵੈਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਕਿੰਨਾ ਹੈ, 1 ਇਲੈਕਟ੍ਰੋਨ ਵੋਲਟ ਦਾ। ਉਹਦਾ ਆਂਸਰ ਇਜ਼ ਡੀ। ਰੈਜ਼ਿਸਟਿਵਿਟੀ ਆਫ ਪਿਓਰ ਸਿਲੀਕॉन इज़ अबाउट 60,000 ओम सेंटीमीटर। तो अगर तुम इन्होंने चीज़ों की भी प्रैपरेशन कर लोगे आई थिंक सो यही 5 या 6 जोड़े हैं अपने ऑब्जैक्टिव टाइप क्वेश्चन है जोड़े कि पेपर के आते हैं तो तुम ईजिली एक वधिया स्कोर कर जाओगे। थैंक यू।